ਡਾਕਟਰ ਅਲੀ ਕਨਾਨੀ ਆਰਥੋਡੋਂਟਿਕਸ ਦੇ ਸਰਟੀਫਾਈਡ ਸਪੈਸ਼ਲਿਸਟ ਹਨ ਜੋ ਹਰ ਕਿਸਮ ਦੀਆਂ ਦੰਦਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਦੇ ਹਨ। ਆਰਥੋਕੈਡ IQ ਦੇ ਕੰਪਿਊਟਰ ਗਾਈਡਡ ਸਿਸਟਮ ਨਾਲ ਆਪਟੀਮਲ ਬ੍ਰੈਕਟ ਪਲੇਸਮੈਂਟ ਕਰਦੇ ਹਨ। ਮਿਨੀ ਸਟੇਨਲੈਸ ਸਟੀਲ ਬ੍ਰੇਸਿਸ, ਗੋਲਡ ਬ੍ਰੇਸਿਸ, ਕਲੀਅਰ ਬ੍ਰੇਸਿਸ ਤੇ ਇਨਵਿਸਲਾਈਨ ਸਿਸਟਮ ਵੀ ਉਪਲਬਧ ਹੈ। ਜੇਕਰ ਬੱਚਿਆਂ ਨੂੰ ਖਾਣਾ ਚਬਾਉਣ ਵਿੱਚ ਮੁਸ਼ਕਿਲ ਆਉਂਦੀ ਹੈ, ਸਪੀਚ ਪ੍ਰੋਬਲਮਸ ਜਾਂ ਐਬਨੋਰਮਲ ਬਾਈਟਸ ਹਨ ਤਾਂ ਪਹੁੰਚੋ ਡਾਕਟਰ ਅਲੀ ਕਨਾਨੀ ਕੋਲ। ਕ੍ਰੀਏਟਿੰਗ ਬਿਊਟੀਫੁਲ ਸਮਾਈਲਸ, ਇਲਾਜ ਕਰਾਓ ਤੇ 에ਅਰ ਮਾਈਲਸ ਵੀ ਪਾਓ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਮੁੜ ਤੋਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਰਦਾਰ ਹਰਕ੍ਰਿਸ਼ਨ ਸਿੰਘ ਜੀ ਨਾਲ। ਜਿਸ ਤਰ੍ਹਾਂ ਪਿਛਲੇ ਹਫ਼ਤੇ ਦੌਰਾਨ ਤੁਹਾਡੇ ਨਾਲ ਇਹਨਾਂ ਨੇ ਸਾਂਝ ਪਾਈ ਕਿ ਨਾਮ ਦੀ ਕੀ ਮਹੱਤਤਾ ਹੈ ਤੇ ਸਾਨੂੰ ਨਾਮ ਜਪਣਾ ਕਿਉਂ ਚਾਹੀਦਾ ਹੈ ਤੇ ਕਿਵੇਂ ਜਪਣਾ ਚਾਹੀਦਾ ਹੈ। ਅੱਜ ਨਾਮ ਜਪਣ ਦਾ ਇੱਕ ਕਨਸੈਪਟ ਜਿਹੜਾ ਸਾਡੇ ਸਾਹਮਣੇ ਆ ਰਿਹਾ ਹੈ, ਉਸ ਵਿੱਚ ਗੁਰੂ ਸਾਹਿਬ ਨੇ ਤਾਂ ਕਿਹਾ ਕਿ ਇਕਾਂਤ ਸਮਾਂ ਕੱਢ ਕੇ ਆਪਣੇ ਆਪ ਨਾਲ ਸਾਂਝ ਪਾਣੀ। ਪਰ ਅੱਜ ਜੋ ਕੁਝ ਸਾਡੇ ਸਮਾਜ ਵਿੱਚ ਹੋ ਰਿਹਾ ਹੈ ਉਸ ਨੂੰ ਇਹ ਪ੍ਰਵਾਨ ਨਹੀਂ ਕਰਦੇ, ਕਿਉਂਕਿ ਇਹਨਾਂ ਦਾ ਸਮਝਣਾ ਹੈ ਕਿ ਉਸ ਨਾਲ ਸਾਡੇ ਕਰੈਕਟਰ ਦੇ ਵਿੱਚ, ਸਾਡੇ ਜੀਵਨ ਵਿੱਚ ਕੋਈ ਬਦਲਾਅ ਨਹੀਂ ਆ ਸਕਦਾ। ਉਸੇ ਸੰਬੰਧ ਵਿੱਚ ਆਓ ਇसी ਸਫ਼ਰ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹਾਂ ਤੇ ਸਰਦਾਰ ਹਰਕ੍ਰਿਸ਼ਨ ਸਿੰਘ ਜੀ ਨਾਲ ਹੋਰ ਸਾਂਝ ਪਾਉਂਦੇ ਹਾਂ। ਸਵਾਗਤ ਕਰਦੇ ਹਾਂ ਸਰਦਾਰ ਹਰਕ੍ਰਿਸ਼ਨ ਸਿੰਘ ਜੀ ਦਾ। ਜੈ ਆਨੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਜਿਸ ਤਰ੍ਹਾਂ ਪਿਛਲੇ ਹਫ਼ਤੇ ਤੋਂ ਅਸੀਂ ਜਿਹੜੇ 2 ਹਫ਼ਤਿਆਂ ਤੋਂ ਗੱਲਬਾਤ ਕਰ ਰਹੇ ਹਾਂ, ਸੋ ਹੁਣ ਸਵਾਲ ਤਾਂ ਇਹ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਇਹ ਵੀ ਉਪਦੇਸ਼ ਕੀਤਾ, ਜਿਸ ਤਰ੍ਹਾਂ ਹੁਣ ਤੱਕ ਤੁਸੀਂ ਜੋ ਗੱਲਬਾਤ ਕੀਤੀ ਨੂੰ ਸਮਰਾਈਜ਼ ਕਰ ਲਈਏ ਕਿ ਨਾਮ ਜਪਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਨੂੰ ਤੁਸੀਂ ਇਕਾਂਤ ਵਿੱਚ ਬੈਠ ਕੇ ਖਾਸ ਤੌਰ 'ਤੇ ਅੰਮ੍ਰਿਤ ਵੇਲੇ ਦੀ ਜਿਹੜੀ ਤੁਸੀਂ ਮਹੱਤਤਾ ਦੀ ਗੱਲ ਕੀਤੀ ਹੈ, ਪਰ ਉਸ ਤੋਂ ਇਲਾਵਾ ਇਹ ਵੀ ਉਪਦੇਸ਼ ਮਿਲਦਾ ਕਿ ਹਰ ਸਮੇਂ 8 ਪਹਿਰ ਆਰਾਧੇ ਉਸ ਰੱਬ ਨੂੰ ਧਿਆਨ ਵਿੱਚ ਰੱਖ ਕੇ ਜੋ ਕੁਝ ਅਸੀਂ ਕਰ ਰਹੇ ਹਾਂ। ਪਰ ਇਹ ਹੁਣ ਅੱਖਾਂ ਮੀਟ ਕੇ ਕਿਵੇਂ ਹੋ ਸਕਦਾ ਹੈ, ਕਿਉਂਕਿ ਅੱਖਾਂ ਤਾਂ ਸਵੇਰੇ ਚਲੋ ਜਦੋਂ ਇਕੱਲਾ ਬੰਦਾ ਕੁਝ ਸਮਾਂ ਕੱਢ ਕੇ ਕਰ ਲੇ, ਉਹ ਵੀ ਬੜਾ ਔਖਾ ਹੈ, ਜਿਹੜਾ ਕਿ ਅੱਜ ਦੇ ਇਸ ਫਾਸਟ ਪੇਸ ਲਾਈਫ ਵਿੱਚ ਕਿਸੇ ਕੋਲ ਸਮਾਂ ਨਹੀਂ ਹੈਗਾ। ਸੋ 8 ਪਹਿਰ ਦਾ ਜਿਹੜਾ ਗੁਰੂ ਸਾਹਿਬ ਨੇ ਕਨਸੈਪਟ ਲੈਂਦਾ ਉਹ ਕੀ ਹੈ ਫਿਰ? ਹਾਂਜੀ ਹਰਪ੍ਰੀਤ ਸਿੰਘ ਜੀ, ਜਿਹੜੀ ਧਿਆਨ ਸਾਧਨਾ ਜੀ, ਬਹੁਤੇ ਧਰਮਾਂ ਦੇ ਵਿੱਚ ਧਿਆਨ ਸਾਧਨਾ ਕਰਦੇ ਜਿਹੜੇ ਰਿਸ਼ੀ ਮੁਨੀ ਆ। ਇੱਕ ਓੰਕਾਰ ਨਾਮ ਦਾ ਤੀਰਥ ਆ ਜਿੱਥੇ ਮਹਾਰਾਜ ਨੇ ਦੱਖਣੀ ਓੰਕਾਰ ਨਾਮ ਦੀ ਬਾਣੀ ਰਚਨਾ ਕੀਤੀ ਜੀ। ਹਾਂਜੀ, ਤੇ ਉੱਥੇ ਦਾਸ ਨੇ ਦਰਸ਼ਨ ਕੀਤੇ ਜਾ ਕੇ ਤਾਂ ਦੇਖਿਆ ਤੇ ਮੈਨੂੰ ਸੋਝੀ ਪਈ, ਦੱਸਿਆ ਗਿਆ ਕਿ ਇੱਧਰਲੇ ਪਾਸੇ ਚੱਲ ਜਾਓ ਪਹਾੜ ਦੇ ਵਿੱਚ, ਉੱਥੇ 2-3 ਨਦੀਆਂ ਮਿਲਦੀਆਂ ਜੀ। ਹਾਂਜੀ, ਤੇ ਜਦ ਉੱਥੇ ਗਏ ਤਾਂ ਉੱਥੇ ਬਹੁਤ ਬੜੇ ਰਿਸ਼ੀ ਮੁਨੀ ਬੈਠੇ ਜੀ, ਜਿਹੜੇ ਤਪੱਸਿਆ ਕਰ ਰਹੇ। ਕਿਉਂ ਬੈਠੇ ਉੱਥੇ? ਇਕਾਂਤ ਚਾਹੁੰਦੇ ਆ ਜੀ, ਤੇ ਤਾਂ ਉਹਨਾਂ ਦੇ ਅੰਦਰ ਆਪਣਾ ਧਿਆਨ ਜਾਵੇ ਸਾਰਾ। ਓਕੇ, ਤੁਸੀਂ ਹੁਣ ਜਿਹੜੀ ਆ ਗੱਲ ਕੀਤੀ ਆ ਠੀਕ ਵਾ, ਬਹੁਤ ਬਰੀਕ ਵਾ, ਔਰ ਇਹਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ। ਜਦ ਕਹਿੰਦੇ ਮਹਾਰਾਜ ਕਹਿੰਦੇ ਹੱਥ ਪਾਰ ਨਾ ਕੰਮ ਕਰ ਤੂੰ ਧਿਆਨ ਜਿਹੜਾ ਪਰਮਾਤਮਾ ਨਾਲ ਜੀ, ਇਹ ਕਿੱਦਾਂ ਹੋ ਸਕਦੀ ਹੈ? ਰਾਈਟ, ਜਿਹੜੇ ਕਹਿੰਦੇ ਨਾ ਆਪਾਂ ਕਈ ਵਾਰੀ ਕਹਿੰਦੇ ਸੈਰ ਕਰਦੇ ਬਾਣੀ ਜੀ ਆਪਣੇ ਪੜ੍ਹ ਲਈ, ਠੀਕ ਆ ਕਿ ਨਹੀਂ ਜੀ? ਤੇ ਬਾਣੀ ਤਾਂ ਪੜ੍ਹ ਲਈ ਪਰ ਧਿਆਨ ਨਹੀਂ ਜੁੜਿਆ ਨਾਲ। ਤੇ ਬਾਣੀ ਪੜ੍ਹ ਲਈ, ਜਿੱਦਾਂ ਤੋਤੇ ਨੇ ਰੱਟੀ ਆ ਉਹੀ ਚੀਜ਼ ਹੋ ਗਈ, ਤੇ ਰੱਟ ਲਈ ਬਾਣੀ, ਜਿੱਥੇ ਮਰਜ਼ੀ ਬਹਿ ਕੇ ਪੜ੍ਹੀ ਜਾਓ, ਧਿਆਨ ਸਾਡਾ ਜਿੱਥੇ ਮਰਜ਼ੀ ਬਿਜ਼ਨਸ ਕਰੀ ਜਾਵੇ, ਘਰ ਜਾਵੇ, ਕਿਤੇ ਵੀ ਜਾਵੇ। ਹਾਂਜੀ, ਸਭ ਕੁਛ ਆਪਣਾ ਇੱਕ ਰਾਮ ਪਰਾਇਆ ਜੀ, ਮਾਇਆ ਮੋਹ ਸਗਲ ਜਗ ਛਾਇਆ, ਸੁਤ ਕਾਂਚਨ ਸਿਉ ਹੇਤ ਬੁਝਾਇਆ। ਹਾਂਜੀ, ਤੋ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਭਗਤ ਕਬੀਰ ਜੀ ਗੁਰੂ ਮਹਾਰਾਜ ਦੀ, ਆਪਣੇ ਗੁਰੂ ਨਾਨਕ ਸਾਹਿਬ ਦੀ ਬਾਣੀ ਪ੍ਰਭਾਤੀ ਵਾਲੇ ਦੀ। ਠੀਕ, ਉਹ ਕਹਿੰਦੇ ਸਭ ਕੁਛ ਹੀ ਆਪਣਾ, ਮੇਰੇ ਘਰ ਵਾਲੀ, ਬੱਚੇ ਮੇਰੇ, ਧਨ ਪਦਾਰਥ ਜੋ ਕੁਛ ਆ, ਘਰ ਬਾਹਰ ਸਭ ਕੁਛ ਮੇਰਾ ਆ, ਪਰ ਰਾਮ ਜਿਹੜਾ ਪਰਾਇਆ ਜੀ, ਜਿਹੜੇ ਅੰਦਰ ਗੁਰੂ ਦੀ ਸ਼ਬਦ ਆ ਜਿਹੜਾ। ਤੇ ਇੱਕ ਤਾਂ ਇਹ ਗੱਲ ਆ ਵੀ ਗੁਰੂ ਤਾਂ ਪਰਮਾਤਮਾ ਤਾਂ ਇੱਕੋ ਹੀ ਆ, ਚਾਹੇ ਕੋਈ ਧਰਮ। ਹਾਂਜੀ, ਪਰਮਾਤਮਾ ਤਾਂ ਇੱਕੋ ਹੀ ਆ, ਸ਼ਕਤੀ ਆ, ਪ੍ਰਕਾਸ਼ ਆ, ਅਨਹਦ ਨਾਦ ਆ। ਹਾਂਜੀ, ਸੋ ਜਿਹੜਾ ਗੁਰੂ ਦੇ ਰਸਤੇ ਪਰਮਾਤਮਾ ਬੋਲਿਆ, ਤੇ ਉਹਦਾ ਜਿਹੜੀ ਪਹਿਲੀ ਧੁਨੀ ਸੀ ਉਹਦੀ ਇਹ, ਕਿਸੇ ਨੇ ਓਮ ਕਹਿ ਦਿੱਤਾ ਜੀ, ਕਿਸੇ ਨੇ ਦੂਸਰਾ ਕਹਿ ਦਿੱਤਾ, ਕਿਸੇ ਨੇ ਅੱਲਾਹੂ ਕਹਿ ਦਿੱਤਾ। ਹਾਂਜੀ, ਠੀਕ ਆ, ਉਹ ਸਾਡੀ ਬ੍ਰਹਮੰਡ ਦੀ ਜਿਹੜੀ ਧੁਨੀ ਆ ਉਹ ਇਹ ਰਾਈਟ। ਭੁਗਤ ਗਿਆਨ ਦਇਆ ਭੰਡਾਰਨ, ਘੱਟ ਵਾਜੇ ਨਾਦ ਜੀ, ਜਿਹੜਾ ਉਹ ਨਾਦ ਵਾ ਸਾਡੇ ਅੰਦਰ ਵੱਜ ਰਿਹਾ ਜੀ, ਲੇਕਿਨ ਅਸੀਂ ਸੁਣ ਨਹੀਂ ਰਹੇ। ਸੋ ਨਾਦ ਕੀ ਹੈ? ਕੋਈ ਆਵਾਜ਼ ਹੈ ਜੀ? ਦੇਖੋ, ਜਦੋਂ ਇਨਸਾਨ ਦਾ ਸੁਰਤ ਸ਼ਬਦ ਦੀ ਸਾਧਨਾ ਕਰਦੇ ਕਰਦੇ ਧਿਆਨ ਅੰਦਰ ਚਲੇ ਗਿਆ ਜੀ, ਫਿਰ ਤੁਹਾਨੂੰ ਅਨਹਦ ਨਾਦ ਸੁਣਨਾ ਜੀ।
ਅਨਹਦ ਨਾਦ ਸੁਣਨਾ, ਉੱਥੋਂ ਤੁਹਾਡੀ ਸੁਰਤ ਨੇ ਸਮਾਂ ਪਾ ਕੇ ਕੁਛ ਜਿਹੜਾ ਮਨ ਆ ਆਤਮਾ ਦੇ ਨਾਲ ਜਾ ਕੇ ਉਹ ਮਿਲ ਗਿਆ ਜੀ, ਕਿ ਮਨ ਧੋ ਹੋ ਗਿਆ, ਸਾਫ਼ ਹੋ ਗਿਆ, ਮਨ ਦੀ ਕਾਲਖ ਸਾਫ਼ ਹੋ ਗਈ ਤੇ ਉਹ ਦਸਮ ਦੁਆਰ ਦੇ ਵਿੱਚ ਜਾ ਕੇ ਸਮਾਧੀ ਲੱਗ ਗਈ ਜੀ। ਉੱਥੇ ਜਾ ਕੇ ਚਾਨਣ ਹੋ ਗਿਆ, ਔਰ ਇੰਨਾ ਚਾਨਣ ਹੋ ਗਿਆ ਵੀ ਬੰਦਾ ਸੋਚ ਵੀ ਨਹੀਂ ਸਕਦਾ ਜੀ। ਤੇ ਅੰਮ੍ਰਿਤ ਦੀ ਵਰਖਾ ਸ਼ੁਰੂ ਹੋ ਗਈ, ਅਨਹਦ ਨਾਦ, ਨਾਦੇ ਬਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਨ ਹਾਰੇ ਜੀ, ਠੀਕ ਹੈ ਕਿ ਨਹੀਂ। ਅੱਛਾ, ਉਹ ਜਿਹੜਾ ਇਨਸਾਨ ਉੱਥੇ ਪਹੁੰਚ ਗਿਆ, ਉਹਦੇ ਅੰਦਰ ਇੱਕ ਬਾਣੀ ਜਿਹੜੀ ਆ ਅਜਪਾ ਜਾਪ ਜਿਹਨੂੰ ਕਹਿੰਦੇ ਜੀ, ਆਪੇ ਹੀ ਉਹ ਸ਼ੁਰੂ ਹੋ ਗਿਆ ਅੰਦਰ। ਉਸ ਧੁਨ ਦੇ ਨਾਲ ਉਹਦਾ ਮੇਲ ਹੋ ਗਿਆ। ਪੁੱਤ ਗਿਆ ਦੇਨ ਭੰਡਾਰੇ ਘਟ ਘਟ ਬਾਜੇ ਨਾਦ, ਜਿਹੜਾ ਨਾਦ ਉਹਨੂੰ ਸੁਣ ਲੈ, ਉਹਦੇ ਨਾਲ ਸੁਰਤ ਜੁੜ ਗਈ ਜੀ। ਤੇ ਜਿੱਥੇ ਵੀ ਉਹ ਇਨਸਾਨ ਬੈਠੂਗਾ, ਚਾਹੇ ਉਹ ਬਾਣੀ ਪੜ੍ਹੇ, ਚਾਹੇ ਸਿਮਰਨ ਕਰੇ, ਚਾਹੇ ਨਾ ਕਰੇ, ਉਹ ਅੰਦਰ ਸ਼ੁਰੂ ਹੋ ਗਈ ਜੀ, ਅੰਦਰ ਸ਼ੁਰੂ ਹੋ ਗਈ। ਹੱਥਾਂ ਦੇ ਨਾਲ ਕੰਮ ਕਰੀ ਜਾਂਦਾ, ਸੇਵਾ ਕਰੀ ਜਾਂਦਾ, ਉਹ ਕੁਛ ਨਾ ਕੁਛ ਕਰੂਗਾ ਜੀ। ਇਹ ਨਹੀਂ ਹੈ ਵੀ ਉਹ ਅੰਦਰ ਹੀ ਬੈਠਾ ਰਹੂਗਾ। ਜਿੱਦਾਂ ਦਾਸ ਨੂੰ ਪ੍ਰੇਰਨਾ ਕਿਸੇ ਨੇ ਦਿੱਤੀ, ਕਿਹਨੇ ਦਿੱਤੀ ਆ, ਇਹ ਗੁਰੂ ਜਾਣੇ। ਤੇ ਅਸੀਂ ਇੱਥੇ ਤੁਹਾਡੇ ਆ ਕੇ ਇੱਥੇ ਕੁਛ ਥੋੜ੍ਹਾ ਬਹੁਤਾ ਜੋ ਸਾਨੂੰ ਅੰਦਰੋਂ ਅਨੁਭਵ ਹੋਇਆ, ਅਨੁਭਵੀ ਗਿਆਨ ਹੁੰਦਾ ਜਿਹੜਾ ਅੰਦਰੋਂ ਹੁੰਦਾ, ਹਾਂਜੀ। ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਜੀ। ਜਦ ਮਾਇਆ ਤੋਂ ਬੰਦਾ ਨਿਰਲੇਪ ਹੁੰਦਾ ਜਾਂਦਾ ਤੇ ਉਹ ਅਸਲੀ ਗਿਆਨ ਜਿਹੜਾ ਅੰਦਰੋਂ ਪ੍ਰਗਟ ਹੁੰਦਾ ਜੀ। ਜਿਨ੍ਹਾਂ ਨੇ ਬੜੇ ਬੜੇ ਗ੍ਰੰਥ ਲਿਖੇ, ਬੜੇ ਬੜੇ ਸਭ ਕੁਛ, ਤੇ ਬਾਕੀ ਨਕਲ ਮਾਰਨੇ ਵਾਲੇ ਤਾਂ ਅਸੀਂ ਹੈਗੇ ਹੀ ਆ ਸਾਰੇ, ਠੀਕ ਹੈ ਕਿ ਨਹੀਂ। 2-4 ਬੁੱਕਾਂ ਪੜ੍ਹ ਲਈਆਂ, ਕਥਾਕਾਰ ਬਣ ਗਏ, ਹਾਂਜੀ। ਤਾਂ ਕਥਾ ਕਰਨ ਲੱਗ ਪਏ ਤੇ ਪੈਸੇ ਆਉਣ ਲੱਗ ਪਏ। ਸਾਡਾ ਮਕਸਦ ਤਾਂ ਪੈਸਾ ਆ ਇਕੱਠਾ ਕਰਨਾ, ਠੀਕ ਹੈ ਕਿ ਨਹੀਂ। ਅੰਤਰ ਸੁਰਤ ਤਾਂ ਗਈ ਨਹੀਂ, ਨਾ ਅੰਦਰੋਂ ਕੋਈ ਗਿਆਨ ਆਇਆ ਸਾਨੂੰ। ਉਪਜੇ ਉਹ ਨਿਰਮਲ ਗਿਆਨ ਜਿਹੜਾ, ਜਿਨ੍ਹਾਂ ਨੇ ਸਾਡੀ ਕੌਮ ਪੰਥ ਦੇ ਵਿੱਚ ਭਾਈ ਵੀਰ ਸਿੰਘ ਜੀ, ਹਾਂਜੀ, ਭਾਈ ਵੀਰ ਸਿੰਘ ਸੰਤ ਕਵੀ ਕਹਿੰਦੇ ਆ, ਠੀਕ। ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਵਿਆਕਰਨ ਲਿਖਿਆ, ਗੁਰਬਾਣੀ ਵਿਆਕਰਨ, ਬੜੇ ਉੱਚੇ ਖਿਆਲਾਂ ਦੇ ਇਨਸਾਨ ਸੀ। ਅਕਾਲੀ ਕੌਰ ਸਿੰਘ ਜੀ ਕਸ਼ਮੀਰ ਦੇ ਵਿੱਚ ਹੋਏ, ਜਿਨ੍ਹਾਂ ਨੇ ਸਿਰਫ ਇੱਕ ਕੰਬਲ ਦੇ ਵਿੱਚ ਸਾਰੀ ਉਮਰ ਗੁਜ਼ਾਰ ਦਿੱਤੀ, ਹਾਂਜੀ। ਸਿਮਰਨ ਕਰਨ ਵਾਲੇ ਸੀ ਭਜਨ ਬਾਣੀ। ਤੇ ਉਹ ਜਿਹੜਾ ਮੈਂ ਆਪਣਾ ਬੇਨਤੀ ਕਰਦੇ ਆ, ਜਿਹੜੇ ਅੰਦਰ ਜਿਹੜੀ ਚੱਲ ਪਈ ਆ ਚੀਜ਼, ਜਿਹਦਾ ਅੰਦਰ ਚੱਲ ਪਿਆ ਜਿਹੜਾ ਗਿਆਨ ਜੀ, ਉਹ ਚੱਲ ਰਿਹਾ, ਚਾਹੇ ਪਾਠ ਕਰੀਏ ਚਾਹੇ ਨਾ ਕਰੀਏ, ਉਹ ਤਾਂ ਹੋ ਰਿਹਾ, ਸ਼ੁਰੂ ਹੋ ਗਿਆ। ਤੇ ਅਸੀਂ ਜਾ ਕੇ ਸੇਵਾ ਵੀ ਕਰ ਸਕਦੇ, ਕੁਛ ਵੀ ਕਰ ਸਕਦੇ ਆ ਜੀ। 8 ਪੈਰ ਸੇਵਾ ਕਰੋ, 8 ਪੈਰ ਤਾਂ ਤੁਹਾਡੇ ਧਿਆਨ ਚੱਲ ਰਿਹਾ ਅੰਦਰ ਜੀ। ਤੇ ਇਹ ਜਿਹੜੀ ਚੀਜ਼ ਆ, ਇਹ ਸੂਖਸ਼ਮ ਆ। ਇਹਨੂੰ ਗੁਰੂ ਕਿਰਪਾ ਹੋਵੇ ਤਾਂ ਸਾਨੂੰ ਇਸ ਚੀਜ਼ ਦਾ ਸਮਝ ਲੱਗਦੀ ਆ, ਨਹੀਂ ਤਾਂ ਨਹੀਂ ਲੱਗਦੀ, ਸਾਰੀ ਉਮਰ ਚਲੇ ਜਾਂਦੀ ਆ। ਇੱਕ ਜਨਮ ਗਿਆ, ਦੂਆ ਗਿਆ, ਜਨਮਾਂ ਜਨਮਾਂਤਰਾਂ ਦੀਆਂ ਖੇਡਾਂ ਆ। ਤੇ ਜੇ ਤੁਸੀਂ ਜਪਦੇ ਆ ਨਾਮ, ਉਹ ਜਾਇਆ ਨਹੀਂ ਜਾਂਦਾ। ਜੇ ਨਹੀਂ ਵੀ ਸੁਰਤ ਅੰਦਰ ਗਈ, ਇਹ ਨਹੀਂ ਸੋਚਣਾ ਪਏ ਵਿਅਰਥ ਹੋ ਗਈ ਜੀ। ਇਹ ਤੁਹਾਡੇ ਵਿੱਚ ਜਮ੍ਹਾਂ ਹੋਈ ਜਾਂਦੀ। ਕਰਮ ਦੇ ਸ਼ੁਭ ਕਰਮ ਕਰ ਰਹੇ ਜੀ, ਜਿਹੜੇ ਚੰਗੇ ਕਰਮ ਕਰ ਰਹੇ ਆ, ਗੁਰੂ ਦਾ ਨਾਮ ਜਪ ਰਹੇ ਆ, ਕਿਸੇ ਲਈ ਬੁਰਾ ਨਹੀਂ ਸੋਚ ਰਹੇ ਕੁਝ, ਇਹ ਸਭ ਕੁਝ ਤੁਹਾਡੇ ਜਿਹੜੇ ਕਰਮਾਂ ਦੇ ਨਾਲ ਸਭ ਕੁਝ ਹੋ ਗਿਆ ਜੀ। ਜਿਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਕੀ, ਠੀਕ ਹੈ ਕਿ ਨਹੀਂ। ਉਹ ਜਿਹੜਾ ਸਾਰੀ ਚੀਜ਼ ਜਿਹੜੀ ਆ, ਉਹ ਲਿਖੀ ਜਾ ਰਹੀ ਹੈ। ਕਿੱਥੇ ਲਿਖੀ ਰਹੀ? ਤੁਹਾਡੇ ਮਨ 'ਚ। ਸਰੀਰ ਦਾ ਅੰਤ ਹੋਣ ਤੋਂ ਪਹਿਲਾਂ ਜੀ, ਤੇ ਜਦ ਸਰੀਰ ਦੀ ਕਹਿੰਦੇ ਗੰਢ ਖੁੱਲ੍ਹ ਕੇ ਨਾਭੀ ਦੇ ਵਿੱਚੋਂ ਅਖੀਰਲਾ ਸਵਾਸ ਜਿਹੜਾ ਸੀ ਨਾ, ਪਵਨ ਗੁਰੂ, ਇਹ ਵੀ ਥੋੜਾ ਜਿਹਾ ਵਿਸਥਾਰ ਕਰਨ ਦੀ ਲੋੜ ਆ ਜੀ। ਤੇ ਪਵਨ ਨੂੰ ਗੁਰੂ ਕਿਉਂ ਕਿਹਾ ਮਹਾਰਾਜ ਜੀ? ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ ਜੀ। ਪਵਨ ਗੁਰੂ ਕਿੱਦਾਂ ਹੈ? ਸਾਡੇ ਸਵਾਸ ਚੱਲ ਰਹੇ ਆ, ਜਿੱਦਣ ਅਖੀਰਲਾ ਸਵਾਸ ਅੰਦਰੋਂ ਨਿਕਲ ਗਿਆ ਜੀ, ਹੱਥ ਪੈਰ ਕੰਨ ਸਭ ਕੁਛ, ਨੱਕ ਉਸੇ ਤਰ੍ਹਾਂ ਪਏ ਆ, ਕੁਛ ਨਹੀਂ ਗਿਆ, ਸਭ ਕੁਛ ਸਾਬਤ ਆ। ਲੇਕਿਨ ਉਹ ਜਿਹੜਾ ਸਵਾਸ ਸੀ ਨਾ, ਇੱਕ ਜਿਹੜੇ ਸਵਾਸ ਆ ਰਹੇ ਸੀ, ਗੁਰੂ ਸਾਡੇ ਅੰਦਰੋਂ ਚਲੇ ਗਏ, ਠੀਕ। ਤੇ ਉਹ ਜਿਹੜੀ ਬਾਡੀ ਆ, ਉਹ ਮਿੱਟੀ ਆ, ਹੌਲੀ ਹੌਲੀ ਮਿੱਟੀ, 80% ਪਾਣੀ ਆ, ਪਿਤਾ ਆ, ਉਹ ਵੀ ਚਲੇ ਗਿਆ, ਹੌਲੀ ਹੌਲੀ ਮਿੱਟੀ 'ਚ ਰਲ ਗਿਆ। ਨਾ ਵੀ ਕੋਈ ਉਹਨੂੰ ਫੂਕੇ ਪਈ ਵੀ ਰਹੇ ਬਾਡੀ, ਤਾਂ ਕੋਈ ਗੱਲ ਨਹੀਂ, ਉਹ ਹੌਲੀ ਹੌਲੀ ਸਾਰੀ ਖਤਮ ਹੋ ਜਾਣੀ। ਜਾਂ ਜਾਨਵਰ ਖਾ ਲੈਣਗੇ, ਜਾਂ ਕੋਈ ਕਿਸੇ ਦਾ ਭੋਜਨ ਬਣ ਜਾਊਗਾ, ਠੀਕ ਹੈ ਕਿ ਨਹੀਂ। ਜਿਹੜਾ ਪਵਨ ਆ, ਇਹਦੇ ਆਸਰੇ ਤੇ ਸਭ ਕੁਝ ਹੋ ਰਿਹਾ ਅੰਦਰ, ਜੋ ਕੁਝ ਹੋ ਰਿਹਾ। ਜਿੱਦਾਂ ਖੁਰਾਕ ਅਸੀਂ ਖਾਂਦੇ ਆ, ਅੰਦਰ ਜਾ ਕੇ ਇਹ ਸਾਡੀ ਮਰਜ਼ੀ ਨਾਲ ਥੋੜ੍ਹਾ ਬਲੱਡ ਬਣਦਾ ਜੀ, ਸਾਡੀ ਮਰਜ਼ੀ ਨਾਲ ਨਹੀਂ ਬਲੱਡ ਬਣਦਾ। ਜਾਂ ਇਹ ਜਿਹੜਾ ਹੈਗਾ ਸਾਡੀ ਮਿੰਝ ਬਣਦੀ, ਜਾਂ ਸਰੀਰ ਦੀ ਸ਼ਕਤੀ ਬਣਦੀ ਹੈ, ਕੁਝ ਵੀ ਬਣਦਾ ਅੰਦਰ ਜਾ ਕੇ, ਉਹ ਸਾਡੀ ਮਰਜ਼ੀ ਨਾਲ ਥੋੜ੍ਹਾ ਬਣਦਾ। ਸਾਡਾ ਕੰਮ ਆ ਭੋਜਨ ਪਕਾ ਕੇ ਛਕ ਲਿਆ, ਠੀਕ। ਉਹ ਗਾਹਾਂ ਜੋ ਕੁਝ ਹੋ ਰਿਹਾ, ਉਹਦਾ ਕਿਸੇ ਨੂੰ ਕੀ ਪਤਾ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਕਾਹਤੇ ਹੋ ਰਿਹਾ, ਪ੍ਰੋਸੈਸ ਦੇ ਬਾਰੇ ਨਹੀਂ ਪਤਾ, ਠੀਕ। ਹਾਂ, ਨਹੀਂ ਪਤਾ। ਇਸੇ ਤਰ੍ਹਾਂ ਅੰਦਰ ਜਦ ਸ਼ਬਦ ਜੀ ਚੱਲਣਾ ਸ਼ੁਰੂ ਹੋ ਗਿਆ, ਤੇ ਉਸ ਇਨਸਾਨ ਨੂੰ ਤਾਂ ਅੱਖਾਂ ਮੀਟ ਕੇ ਬੈਠਿਆ ਨਾ ਵੀ ਬੈਠਿਆ, ਉਹਦੇ ਅੰਦਰ ਸ਼ੁਰੂ ਹੋ ਗਈ
ਰਾਈਟ। ਸੋ ਫਿਰ ਕੀ ਗੁਰਬਾਣੀ ਕੀ ਇੱਕ ਮੰਤਰ ਹੈਗਾ ਜਾਂ ਫਿਰ ਇੱਕ ਵੇ ਆਫ ਲਾਈਫ ਹੈਗਾ? ਕਿਉਂਕਿ ਅਸੀਂ ਇਹ ਵੀ ਜਿੱਥੇ ਬਹੁਤ ਵਾਰੀ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਬਾਰ-ਬਾਰ ਇਹ ਜ਼ਿਕਰ ਕੀਤਾ ਗਿਆ ਕਿ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨਾ ਹੈ। ਅਸੀਂ ਗੁਰਬਾਣੀ ਸਿਰਫ ਪੜ੍ਹਨੀ ਹੀ ਨਹੀਂ, ਉਸ ਨੂੰ ਅਸੀਂ ਸਮਝ ਕੇ ਵਿਚਾਰਨਾ ਜ਼ਰੂਰ ਹੈਗਾ, ਕਿਉਂਕਿ ਜੇਕਰ ਕਿਸੇ ਚੀਜ਼ ਨੂੰ ਵਿਚਾਰਾਂਗੇ ਨਹੀਂ ਤਾਂ ਉਹਦਾ ਜਿਹੜਾ ਐਂਡ ਰਿਜ਼ਲਟ ਹੈ ਉਹ ਕਿਸ ਤਰ੍ਹਾਂ ਸਾਨੂੰ ਪਤਾ ਲੱਗੇਗਾ? ਹਾਂਜੀ, ਇਹ ਜਿਹੜਾ ਗੁਰਬਾਣੀ ਆ ਇਹ ਤਿੰਨਾਂ ਲੋਕਾਂ ਦਾ ਗਿਆਨ ਜੀ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਸਾਰੇ ਪਾਸੇ ਸੰਗੀਤ ਦਾ ਗਿਆਨ। ਮਹਾਰਾਜ ਜੀ ਨੇ ਕਹਿੰਦੇ ਆ ਭਈ ਜਿਹੜਾ ਸੰਗੀਤ ਵਾ ਜੀ, ਸੰਗੀਤ ਦੇ ਵਿੱਚ ਬਾਣੀ ਰਚੀ ਗਈ ਆ। ਸੰਗੀਤ ਦੇ ਵਿੱਚ ਲੋਕ ਗੰਦੇ ਸ਼ਬਦ ਪੜ੍ਹਦੇ ਸੀ, ਗੰਦੇ ਗਾਣੇ ਗਾਉਂਦੇ ਸੀ, ਸਭ ਕੁਝ ਕਰਦੇ ਸੀ ਪਹਿਲਾਂ। ਹਾਂਜੀ, ਲੇਕਿਨ ਗੁਰੂ ਮਹਾਰਾਜ ਨੇ ਸੰਗੀਤ ਦੇ ਵਿੱਚ ਜਿਹੜਾ 30 ਰਾਗਾਂ ਦੇ ਅੰਦਰ ਜਾ ਕੇ 31 ਰਾਗਾਂ ਦੇ ਅੰਦਰ ਜਿਹੜੀ ਇਹ ਬਾਣੀ ਰਚੀ ਸੀ। ਹਾਂਜੀ, ਹੁਣ ਇੱਕ ਸਿਰੇ ਤੇ ਤੁਸੀਂ ਦੇਖੋਗੇ ਸਾਰੀ ਬਾਣੀ ਸੰਗੀਤ ਦੇ ਵਿੱਚ ਤੇ ਪੜ੍ਹਦੇ ਤਾਂ ਕੋਈ ਪੜ੍ਹਦਾ ਉਸੇ ਬਾਣੀ ਨੂੰ ਉਸੇ ਵਿੱਚ, ਕੋਈ ਪੜ੍ਹਦਾ ਜਿੱਥੋਂ ਸ਼ਬਦ ਆਇਆ ਸ਼ੁਰੂ ਕਰ ਦਿੰਦਾ। ਰਾਈਟ। ਇਹ ਜਿਹੜੇ ਹੈਗੇ ਨਾ ਕੀਰਤਨੀਏ ਜਾਂ ਦੂਸਰੇ ਕਥਾਕਾਰ, ਹੁਣ ਉਹਨਾਂ ਬਾਰੇ ਅਸੀਂ ਕਹਿ ਨਹੀਂ ਸਕਦੇ ਬਹੁਤਾ ਕਿਉਂਕਿ ਤੁਸੀਂ ਆਲਰੇਡੀ ਗੁਰਦੁਆਰਿਆਂ ਦੇ ਵਿੱਚ ਦੇਖ ਰਹੇ ਇਹਨਾਂ ਨੂੰ ਜੀ, ਠੀਕ ਹੈ ਕਿ ਨਹੀਂ? ਤੇ ਇਹਨਾਂ ਬਾਰੇ ਅਸੀਂ ਕਹੀਏ ਕੁਛ ਤੇ ਮੇਰਾ ਖਿਆਲ ਬਹੁਤਾ ਠੀਕ ਨਹੀਂ ਹੈ। ਜੋ ਕਹਿਣਾ ਸੀ ਕਹਿ ਦਿੱਤਾ ਪਹਿਲਾਂ ਜੀ। ਹਾਂਜੀ, ਸੋ ਜਿਹੜੀ ਚੀਜ਼ ਆ 8 ਪੈਰ ਅੰਦਰ ਚੱਲਣ ਲੱਗ ਪਿਆ ਨਾਮ, ਤੇ ਉਹਦੇ ਨਾਲ ਸਾਡੀ ਜਿਹੜੀ ਸੁਰਤ ਸਾਰੀ ਸ਼ੁੱਧ ਹੋ ਗਈ, ਠੀਕ ਹੈ ਕਿ ਨਹੀਂ? ਜਿਹੜਾ ਗੁਰੂ ਦੀ ਬਾਣੀ 1430 ਪੰਨੇ ਆ, ਇਹਦੇ ਵਿੱਚ ਸਾਰਾ ਗਿਆਨ ਗੁਰੂ ਦਾ ਆ, ਪ੍ਰਮਾਤਮਾ ਦਾ। ਆਤਮਾ ਪਰਮਾਤਮਾ ਕੀ ਹੈ, ਮਨ ਕੀ ਹੈ, ਸਾਰਾ ਇਹ ਚੱਲਦਾ ਆ ਜੀ। ਤੇ ਜਿਹੜਾ ਨਹੀਂ ਵੀ ਇਹਨਾਂ ਚੀਜ਼ਾਂ ਨੂੰ ਸਮਝਦਾ ਉਹਨਾਂ ਲਈ ਵੀ ਬਹੁਤ ਕੁਛ ਹੋਇਆ ਇਹਦੇ ਵਿੱਚ। ਠੀਕ, ਗੁਰੂ ਦੀ ਬਾਣੀ ਸੁਣ ਕੇ ਬਹੁਤ ਕੁਛ ਆ ਉਹਦੇ ਵਿੱਚ। ਬਾਣੀ ਪੜ੍ਹ ਕੇ ਤੁਸੀਂ ਪੜ੍ਹੋਗੇ ਇੱਕ ਚੀਜ਼ ਦਾ, ਕੋਈ ਚੀਜ਼ ਮਹਾਰਾਜ ਨੇ ਸਾਤੋਂ ਲੁਕੋਈ ਨਹੀਂ। ਠੀਕ, ਕੋਈ ਵੀ ਚੀਜ਼ ਨਹੀਂ ਲੁਕੋਈ। ਰਾਈਟ। ਹਾਂਜੀ, ਤੇ ਜਿਹੜਾ ਆਪਾਂ ਕਹਿੰਦੇ ਹੁਣ ਅੱਜ ਕਹਿੰਦੇ ਨਾ ਵੀ ਇੱਥੇ ਬੜਾ ਜੀ ਸਾਡਾ ਹਿਊਮਨ ਰਾਈਟਸ ਆ, ਸਾਡੇ ਜਿਹੜੀ ਲੇਡੀਜ਼ ਨੂੰ ਬਰਾਬਰ ਅਧਿਕਾਰ ਹੋਣੇ ਚਾਹੀਦੇ, ਇਹ ਤਾਂ 500 ਸਾਲ ਪਹਿਲਾਂ ਮਹਾਰਾਜ 550 ਸਾਲ ਕਹਿ ਗਏ। ਇਹ ਦੇਖ ਕਹਿ ਤਾਂ ਗਏ ਜੀ, ਲੇਕਿਨ ਅੱਜ ਵੀ ਅਸੀਂ ਉਸ ਨੂੰ ਫੋਲੋ ਨਹੀਂ ਕਰ ਰਹੇ। ਰਾਈਟ, ਉਹੀ ਗੱਲ ਆ ਗਈ ਨਾ, ਮੰਨੇ ਕੀ ਗਤ ਕਹੀ ਨੇ, ਜੇ ਨਹੀਂ ਮੰਨਦੇ ਸਿਰਫ ਸੁਣ ਕੇ ਕੰਨ ਕਰਿਆ ਦੂਏ ਪਾਸੇ ਨਿਕਲ ਗਿਆ। ਠੀਕ, ਤੇ ਜੇ ਮੰਨਦੇ ਹੀ ਨਹੀਂ ਹੈ ਤੇ ਫਿਰ ਉਹਦਾ ਚਾਹੇ ਜਿੰਨੇ ਮਰਜ਼ੀ ਕਾਨੂੰਨ ਬਣਾ ਲਏ। ਰਾਈਟ, ਕਿਉਂਕਿ ਜਿਹੜੇ ਕਾਨੂੰਨ ਬਣ ਰਹੇ ਆ ਇਸ ਵੇਲੇ ਜੀ, ਉਹ ਸਿਰਫ ਪੁਲਿਸ ਦਾ ਡੰਡਾ ਕਰਕੇ ਬਿਲਕੁਲ ਡਰ ਕਰ ਰਹੇ। ਐਬਸੋਲੂਟਲੀ। ਸੋ ਮਨ ਦੀ ਜਿੱਥੇ ਗੱਲ ਕੀਤੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਦਾ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹੈਗੇ ਹਾਂ, ਸੋ ਥੋੜਾ ਜਿਹਾ ਜ਼ਿਕਰ ਕਰ ਲਈ ਕਿ ਮਨ ਅਸਲ ਵਿੱਚ ਹੈ ਕੀ, ਤੇ ਇਹਦਾ ਮੂਲ ਕੀ ਹੈ ਤੇ ਕਿਵੇਂ ਪਛਾਣਨਾ ਹੈ? ਬਿਲਕੁਲ, ਜਿਹੜੀ ਮਨ, ਆਤਮਾ ਤੇ ਸਰੀਰ, ਤਿੰਨੇ ਚੀਜ਼ਾਂ। ਠੀਕ, ਆਤਮਾ ਇਹਦਾ ਮੂਲ ਆ। ਇਹ ਆਤਮਾ ਤੋਂ ਵਿਛੜ ਕੇ ਜਿਹੜਾ ਮਨ ਆ ਵਿਚਾਲੇ ਬਹਿ ਗਿਆ। ਠੀਕ, ਜੈਸੇ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਕੋਈ ਹੋਵੇ ਜੀ, ਡਰਾਈਵਰ ਵਾ, ਇਹ ਸਾਡੀ ਬਾਡੀ ਨੂੰ ਚਲਾਉਣ ਵਾਲਾ ਡਰਾਈਵਰ ਵਾ। ਠੀਕ ਹੈ, ਚੰਗੇ ਫੁਰਨੇ ਮਾੜੇ ਫੁਰਨੇ ਆ ਰਹੇ ਆ, ਮਨ ਅੰਤਰ ਬੋਲੇ ਸਭ ਕੁਝ ਜੀ, ਚਾਹੇ ਕੋਈ ਬੋਲਦਾ ਜੀਵ ਨਾ ਚਾਹੇ ਨਹੀਂ, ਅੰਦਰ ਤਾਂ ਬੋਲੀ ਜਾਂਦਾ। ਸਾਰਿਆਂ ਨੂੰ ਕਹਿੰਦੇ ਜੀ ਸਾਵਧਾਨ ਹੋ ਜਾਓ, ਚੁੱਪ ਕਰਕੇ ਬੈਠੋ, ਗੁਰਬਾਣੀ ਸੁਣੋ, ਲੇਕਿਨ ਜੇ ਅੱਖਾਂ ਵੀ ਮੀਟਣ ਚੁੱਪ ਵੀ ਕਰ ਜਾਣ ਤਾਂ ਅੰਦਰ ਤਾਂ ਮਨ ਬੋਲ ਰਿਹਾ। ਬਿਲਕੁਲ ਚੱਲ ਰਿਹਾ ਜੀ। ਕਦੇ ਮਨ ਇੰਡੀਆ ਚਲੇ ਗਿਆ, ਕਦੇ ਬਾਜ਼ਾਰ ਚਲੇ ਗਿਆ, ਘਰ ਚਲੇ ਗਿਆ, ਕਿਤੇ ਆਪਣੇ ਬੱਚਿਆਂ ਚਲੇ ਗਿਆ ਜੀ, ਠੀਕ ਹੈ ਕਿ ਨਹੀਂ ਜੀ? ਉਹ ਜਿਹੜਾ ਮਨ ਤਾਂ ਬੋਲੀ ਜਾਂਦਾ, ਤੇ ਮਨ ਨੂੰ ਚੁੱਪ ਕਰਾਉਣ ਦੇ ਸਾਧਨ ਜਿਹੜੇ ਆ ਸਿਰਫ ਸ਼ਬਦ ਗੁਰੂ ਦੇ ਨਾਲ ਜੁੜ ਕੇ ਮਨ ਜਿਹੜਾ ਚੁੱਪ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ। ਬਹੁਤ ਖੂਬ ਜੀ। ਇਹਦੇ ਬਾਰੇ ਹੋਰ ਗੱਲਬਾਤ ਕਰਨ ਲੈ ਲਈ ਇੱਕ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆਵਾਂਗੇ ਤੇ ਹੋਰ ਦਰਸ਼ਕਾਂ ਨਾਲ ਸਾਂਝ ਪਾਉਂਦੇ ਹਾਂ। ਓਕੇ। ਜੇ ਤੁਸੀਂ ਚਾਹੁੰਦੇ ਹੋ ਮੋਤੀਆਂ ਵਰਗੇ ਚਿੱਟੇ ਦੰਦ ਤਾਂ ਅੱਜ ਹੀ ਪਹੁੰਚੋ ਰੇਨਬੋ ਡੈਂਟਲ ਸੈਂਟਰ। ਜ਼ੂਮ ਵਾਈਟਨਿੰਗ, ਕਲੀਨਿੰਗ, ਫਿਲਿੰਗ, ਟੀਥ ਰਿਮੂਵਲ, ਇੰਪਲਾਂਟਸ, ਰੂਟ ਕਨਾਲ ਟ੍ਰੀਟਮੈਂਟ, ਕਰਾਊਨ, ਬ੍ਰਿਜ, veneers, dentures, oral cancer screening ਤੇ bone and gum grafting। ਇਹ ਬੋਟੌਕਸ ਕਾਸਮੈਟਿਕ ਟ੍ਰੀਟਮੈਂਟ ਵੀ ਕਰਦੇ ਹਨ। ਐਮਰਜੈਂਸੀ ਟ੍ਰੀਟਮੈਂਟ ਵੀ ਉਪਲਬਧ ਹੈ। ਰੀਜ਼ਨੇਬਲ ਰੇਟਸ। ਕਾਲ 604-594-2779 ਜਾਂ ਫਿਰ 604-594-2288।